Hello viewers, I am Rajendra Kumar and you are watching your own channel Gateway to English। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਟੈਂਸਿਸ ਜੋ ਕਵਰ ਕਰ ਚੁੱਕੇ ਹਾਂ ਤੇ ਟੈਂਸਿਸ ਤੋਂ ਬਾਅਦ ਬਹੁਤ ਅਹਿਮ ਟੌਪਿਕ ਹੈ ਜੋ ਤੁਹਾਡੇ ਸਿਲੇਬਸ ਵਿੱਚ ਹੈ ਉਹ ਹੈ ਐਕਟਿਵ ਐਂਡ ਪੈਸਿਵ ਵੌਇਸ। ਠੀਕ ਹੈ, ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਅੱਜ ਦਾ ਜੋ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਇਹ ਵੀਡੀਓ ਜਿਹੜੀ ਹੈ ਵੌਇਸ ਦੇ ਕਨਸੈਪਟ ਨੂੰ ਲੈ ਕੇ ਹੈ। ਕਨਸੈਪਟ ਇਸ ਵੀਡੀਓ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਐਗਜ਼ਾਮ ਦੇ ਵਿੱਚ ਤੁਹਾਡੇ ਕਿਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ, ਕਿਵੇਂ ਆਪਾਂ ਐਕਟਿਵ ਤੋਂ ਪੈਸਿਵ ਵੌਇਸ ਦੇ ਵਿੱਚ ਕਿਸੇ ਸੈਂਟੈਂਸ ਨੂੰ ਚੇਂਜ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਪੈਸਿਵ ਤੋਂ ਐਕਟਿਵ ਦੇ ਵਿੱਚ ਚੇਂਜ ਕਰਨਾ ਹੈ। ਜੇ ਕਿਸੇ ਸਾਥੀ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਦੂਸਰੇ ਵਿਦਿਆਰਥੀਆਂ ਨੂੰ ਵੀ ਦੱਸੋ ਤਾਂ ਕਿ ਵੱਧ ਤੋਂ ਵੱਧ ਹਰੇਕ ਵਿਦਿਆਰਥੀ ਨੂੰ ਇਸ ਦਾ ਫਾਇਦਾ ਮਿਲ ਸਕੇ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਵੀ ਜ਼ਰੂਰ ਕਰਨਾ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਕਨਸੈਪਟ ਆਫ ਵੌਇਸ। ਵੌਇਸ ਦਾ ਕਨਸੈਪਟ ਕੀ ਹੈ? ਇਹ ਸਾਰੀ ਚੀਜ਼ ਡਿਪੈਂਡ ਕਰਦੀ ਹੈ ਵਰਬ ਤੇ ਕਿ ਵਰਬ ਅਸਲ ਵਿੱਚ ਕੀ ਕੰਮ ਕਰਦੀ ਹੈ। ਠੀਕ ਹੈ, ਉਸ ਤੇ ਡਿਪੈਂਡ ਕਰਦਾ ਹੈ। ਜਿਹੜਾ ਵੌਇਸ ਹੈ ਵਰਬ ਦਾ ਹੀ ਹੁੰਦਾ ਹੈ। ਠੀਕ ਹੈ, ਕਨਸੈਪਟ ਬਿਲਕੁਲ ਕਲੀਅਰ ਹੋਏਗਾ ਤੁਹਾਨੂੰ। ਦੇਖੋ, ਜਾਂ ਤਾਂ ਕੋਈ ਸਬਜੈਕਟ ਹੈ ਜੋ ਕਰਤਾ ਹੈ, ਇੱਥੇ ਬੈਠੇ ਲੋਕ ਸਬਜੈਕਟ ਕਹਿੰਦੇ ਆ, ਜਾਂ ਤਾਂ ਸਬਜੈਕਟ ਕੋਈ ਕੰਮ ਕਰਦਾ ਹੈ। ਠੀਕ ਹੈ, ਜਾਂ ਸਬਜੈਕਟ ਦੇ ਉੱਪਰ ਕੋਈ ਕੰਮ ਹੁੰਦਾ ਹੈ। ਦੂਜੀ ਗੱਲ ਇਹ ਹੈ। ਤੀਜੀ ਗੱਲ ਇਹ ਹੁੰਦੀ ਹੈ ਕਿ ਸਬਜੈਕਟ ਕੋਈ ਕੰਮ ਨਹੀਂ ਕਰਦਾ ਬਟ ਆਪਾਂ ਉਸਦੀ ਇੱਕ ਸਥਿਤੀ ਦੱਸਦੇ ਹਾਂ ਵੀ ਇਹ ਐਕਚੁਅਲ ਐਵੇਂ ਹੈ, ਉਸਦਾ ਐਗਜ਼ਿਸਟੈਂਸ ਹੈ, ਹੋਂਦ ਹੈ। ਠੀਕ ਹੈ, ਕੋਈ ਮੂਵਮੈਂਟ ਨਹੀਂ, ਕੋਈ ਐਕਸ਼ਨ ਉਸਦੇ ਵਿੱਚ ਨਹੀਂ ਹੁੰਦਾ। ਇਹ ਤਿੰਨ ਜੋ ਹੈ ਕੇਸਿਸ ਹੁੰਦੇ ਨੇ ਵਰਬ ਦੇ। ਦੇਖੋ, ਪਹਿਲਾ ਕੇਸ ਦੇਖੋ, ਦ ਬॉय ਕਿਕਸ ਦ ਫੁੱਟਬਾਲ। ਇਸ ਦੇ ਵਿੱਚ ਕੀ ਹੈ? ਲੜਕਾ ਫੁੱਟਬਾਲ ਨੂੰ ਠੋਕਰ ਮਾਰਦਾ ਹੈ। ਇਸ ਦੇ ਵਿੱਚ ਕੰਮ ਕਰਨ ਵਾਲਾ ਕੌਣ ਹੈ? ਸਬਜੈਕਟ ਹੈ, ਇਹ ਹੈ, ਪਰਸਨ ਹੈ। ਇੱਥੇ ਕੋਈ ਥਿੰਗ ਵੀ ਹੋ ਸਕਦੀ ਹੈ। ਠੀਕ ਹੈ, ਐਜ਼ ਅ ਸਬਜੈਕਟ ਕੋਈ ਪਰਸਨ, ਕੋਈ ਥਿੰਗ ਵੀ ਹੋ ਸਕਦੀ ਹੈ। ਤੇ ਜੇਕਰ ਉਹ ਐਕਸ਼ਨ ਦੇ ਵਿੱਚ ਹੈ, ਐਕਸ਼ਨ ਕਰਦੀ ਹੈ ਉਹ, ਜਿਵੇਂ ਦ ਬॉय ਕਿਕਸ ਦ ਫੁੱਟਬਾਲ। ਇੱਥੇ ਜਿਹੜਾ ਬॉय ਹੈ ਇਹ ਐਕਸ਼ਨ ਕਰਦਾ ਹੈ। ਕੀ ਐਕਸ਼ਨ ਹੋਇਆ ਹੈ? ਕਿੱਕ ਮਾਰਨ ਦਾ ਐਕਸ਼ਨ ਹੋਇਆ ਹੈ, ਕਿੱਕ ਮਾਰਨ ਦਾ ਕੰਮ ਹੋਇਆ ਹੈ। ਇਹ ਕਿੱਕ ਮਾਰਨ ਦਾ ਕੰਮ ਕੌਣ ਕਰਦਾ ਹੈ? ਲੜਕਾ। ਤੇ ਅਸਰ ਕਿਸ ਤੇ ਹੋਇਆ ਕਿੱਕ ਦਾ? ਫੁੱਟਬਾਲ ਤੇ। ਠੀਕ ਹੈ, ਸੋ ਹੁਣ ਸਮਝ ਲਓ ਇਹ ਤਿੰਨ ਚੀਜ਼ਾਂ ਜੋ ਕੰਮ ਦੇਣਗੀਆਂ ਆਪਾਂ ਨੂੰ ਐਕਟਿਵ ਪੈਸਿਵ ਦੇ ਵਿੱਚ, ਸਬਜੈਕਟ, ਇਹ ਵਰਬ ਤੇ ਆਬਜੈਕਟ। ਇਸ ਨੂੰ ਆਪਾਂ ਕਹਿੰਦੇ ਆ ਸਬਜੈਕਟ, ਜੋ ਕੰਮ ਕਰਦਾ ਹੈ, ਇਹ ਸਬਜੈਕਟ ਹੈ ਇੱਥੇ। ਠੀਕ ਹੈ, ਤੇ ਇਹ ਹੋ ਗਈ ਆਪਣੀ ਵਰਬ। ਇਹ ਐਕਸ਼ਨ ਕਿੱਥੇ ਕਰਦਾ? ਇਹ ਕਿੱਕ ਮਾਰਨਾ, ਠੋਕਰ ਮਾਰਨਾ। ਕਿਸ ਤੇ ਅਸਰ ਹੋਇਆ? ਫੁੱਟਬਾਲ ਤੇ। ਫੁੱਟਬਾਲ ਹੋ ਗਿਆ ਆਪਣਾ ऑब्जेक्ट। क्लियर? दूसरा केस देखो। ठीक है, द फुटबॉल इज किक्ड। हुण इत्थे मैं कह रहा कि फुटबॉल नूं ठोकर मारी जाती है। ये जो सब्जेक्ट है फुटबॉल, ठीक है, ये कोई ठोकर मारन दा काम नहीं करती है बल्कि ठोकर इसदे वजदी है। इत्थे जो सब्जेक्ट कोई काम नहीं कर रहा बल्कि सब्जेक्ट दे उपर काम हुंदा है। इस सेंटेंस दे विच होया है। फुटबॉल की किक वजी है, फुटबॉल ने किक नहीं मारी किसी नूं बल्कि किसी प्लेयर ने फुटबॉल दे किक मारी है तो इसके ऊपर एक्शन होया है। ठीक है, ये सब्जेक्ट एवें दा है कि जो खुद एक्शन नहीं कर रहा बल्कि इसके ऊपर एक्शन हुंदा है। ओके, एक एग्जांपल होर ले लो। देखो, ये एक्टिव हो गया, ये पैसिव हो गया। इस दे सब्जेक्ट ने काम किया, करदा है सब्जेक्ट काम, ये एक्टिव है। इत्थे काम सब्जेक्ट दे ऊपर हुंदा है, इस करके ये जो की हो गया पैसिव वॉइस दा एग्जांपल है। एक और एग्जांपल ले लो, ही बीट। बीट इत्थे सेकंड फॉर्म ऑफ वर्ब है। ठीक है, ही बीट दा मतलब है उसने कुटिया किसे नूं। अगे दस्सिया नहीं किस नूं कुटिया। ठीक है, ही बीट उसने कुटिया, किसे पर्सन नूं उसने कुटिया। ठीक है, इहदे नाल दा सेंटेंस देखो, ही वाज बीटन, ओह कुटिया। हुण इस ही दे विच ते इस ही दे विच अंतर है। ये जो ही है ये एक्टिव है। ठीक है, इसने एक्शन लिया, कुट्टण दा एक्शन किया, इसने किसी के ऊपर कर दिता एक्शन इसने, पर इस ही दे ऊपर एक्शन होया है, किसी ने किया है इसने। ठीक है, इसने किसी नूं कुट्टिया है, इसदे कुट पई है। समझ आ गई ना? ये जदों इसदे ऊपर कोई एक्शन हुंदा है तां ये इस तरह दा सेंटेंस है, वो पैसिव सेंटेंस हुंदा है बच्चों। ये ध्यान रखना आपने। जदों सब्जेक्ट कोई एक्शन करता है
ਤਾਂ ਸੈਂਟੈਂਸ ਐਕਟਿਵ ਹੋਏਗਾ। ਜਦੋਂ ਸਬਜੈਕਟ ਦੇ ਉੱਪਰ ਕੋਈ ਐਕਸ਼ਨ ਹੁੰਦਾ ਹੈ ਉਸ ਸੈਂਟੈਂਸ ਦੇ ਵਿੱਚ ਤਾਂ ਸਮਝ ਜਾਓ ਸੈਂਟੈਂਸ ਪੈਸਿਵ ਵੌਇਸ ਦੇ ਵਿੱਚ ਹੈ। ਓਕੇ, ਉਮੀਦ ਕਰਦਾ ਇੱਥੇ ਤੱਕ ਕਨਸੈਪਟ ਸਮਝ ਆ ਗਿਆ ਹੋਏਗਾ। ਠੀਕ ਹੈ, एक एग्जांपल मैं ਦਿੱਤਾ ਸੀ ਕਿ ਸਿੰਪਲ ਸਟੇਟ ਦਾ ਦਿਸ ਇਜ਼ ਅ ਫੁੱਟਬਾਲ। ਠੀਕ ਹੈ, ਇਹ ਫੁੱਟਬਾਲ ਹੈ, ਇਸ ਦੇ ਵਿੱਚ ਕੋਈ ਐਕਸ਼ਨ ਨਾ ਫੁੱਟਬਾਲ ਨੇ ਕੀਤਾ ਨਾ ਫੁੱਟਬਾਲ ਤੇ ਕੋਈ ਐਕਸ਼ਨ ਹੋਇਆ, ਜਸਟ ਦੱਸਿਆ ਹੈ ਕਿ ਫੁੱਟਬਾਲ ਹੈ, ਇਹ ਇੱਕ ਫੁੱਟਬਾਲ ਹੈ। ਠੀਕ ਹੈ, ਇਹ ਤਿੰਨ ਸਥਿਤੀਆਂ ਵਰਬ ਦੀਆਂ ਹੁੰਦੀਆਂ ਨੇ, ਮੈਂ ਤਾਂ ਜੋ ਐਗਜ਼ਾਮਪਲ ਵਿੱਚ ਲਿਖ ਦਿੱਤਾ ਸੀ। ਉਸ ਤੋਂ ਬਾਅਦ ਅੱਗੇ ਦੇਖੋ, ਹੁਣ ਤੁਹਾਨੂੰ ਇਹ ਪਛਾਣਨਾ ਆਉਣਾ ਚਾਹੀਦਾ ਹੈ ਜੇਕਰ ਤੁਸੀਂ ਪੈਸਿਵ ਐਕਟਿਵ ਪੈਸਿਵ ਸਿੱਖਣਾ ਚਾਹੁੰਦੇ ਹੋ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਕਿਹੜਾ ਹੈ ਤੇ ਆਬਜੈਕਟ ਕਿਹੜਾ ਹੈ ਤੇ ਵਰਬ ਕਿਹੜੀ ਹੈ ਮੇਨ। ਇਹ ਤਿੰਨ ਗੱਲਾਂ ਜੇਕਰ ਤੁਸੀਂ ਪਛਾਣਨਾ ਸਿੱਖ ਗਏ ਤਾਂ ਤੁਹਾਡਾ ਪੈਸਿਵ ਵੌਇਸ ਕਦੇ ਵੀ ਗਲਤ ਨਹੀਂ ਹੋਏਗਾ। ਠੀਕ ਹੈ, ਤੁਸੀਂ ਐਕਟਿਵ ਤੋਂ ਪੈਸਿਵ ਵੀ ਬਣਾ ਸਕਦੇ ਹੋ, ਫਿਰ ਪੈਸਿਵ ਤੋਂ ਐਕਟਿਵ ਤੇ ਐਕਟਿਵ ਤੋਂ ਪੈਸਿਵ ਦੋਨੋਂ ਤਰ੍ਹਾਂ ਦੇ ਸੈਂਟੈਂਸ ਤੁਸੀਂ ਬਿਲਕੁਲ ਈਜ਼ੀਲੀ ਜੋ ਹੈ ਸੋਲਵ ਕਰ ਲਓਗੇ। ਹੁਣ ਆਪਾਂ ਇਹਨਾਂ ਸੈਂਟੈਂਸ ਵਿੱਚ ਕੋਸ਼ਿਸ਼ ਕਰਾਂਗੇ ਆਬਜੈਕਟ ਪਛਾਣਨ ਦੀ। ਕਿਵੇਂ ਪਤਾ ਚੱਲਦਾ ਆਪਾਂ ਨੂੰ ਕਿ ਆਬਜੈਕਟ ਕਿਹੜਾ ਹੈ, ਸੈਂਟੈਂਸ ਦੇ ਵਿੱਚ ਕਿਹੜਾ ਵਰਡ ਐਜ਼ ਐਨ ਆਬਜੈਕਟ ਆਇਆ ਹੋਇਆ ਹੈ। ਓਕੇ, ਹੁਣ ਦੇਖੋ, ਸ਼ੀ ਕੁਕਸ ਦਾ ਫੂਡ, ਉਹ ਭੋਜਨ ਬਣਾਉਂਦੀ ਹੈ, ਉਹ ਭੋਜਨ ਬਣਾਉਂਦੀ ਹੈ ਜਾਂ ਪਕਾਉਂਦੀ ਹੈ। ਸ਼ੀ ਉਹ, ਕੁਕਸ ਪਕਾਉਂਦੀ ਹੈ, ਇਹ ਵਰਬ ਹੋ ਗਈ। ਕੀ ਪਕਾਉਂਦੀ ਹੈ? ਭੋਜਨ। ਠੀਕ ਹੈ, ਤਾਂ ਇਸ ਦੇ ਵਿੱਚ ਸਬਜੈਕਟ ਕੀ ਹੈ? ਸ਼ੀ ਹੈ, ਖਾਣਾ ਬਣਾਉਣ ਦਾ ਕੰਮ ਕਰਦੀ ਹੈ, ਇਹ ਆਬਜੈਕਟ ਹੈ। ਇਹ ਐਕਸ਼ਨ ਹੋ ਗਿਆ, ਇਹ ਆਬਜੈਕਟ ਹੋ ਗਿਆ। ਸਬਜੈਕਟ ਵਰਬ ਆਬਜੈਕਟ, ਇਸ ਵਿੱਚ ਕੋਈ ਦਿੱਕਤ ਨਹੀਂ ਆਪਾਂ ਨੂੰ। ਠੀਕ ਹੈ, ਜੋ ਮੈਂ ਇੱਥੇ ਵੀ ਦੱਸਿਆ ਕਿ ਆਬਜੈਕਟ ਆਪਾਂ ਉਸ ਨੂੰ ਕੰਸੀਡਰ ਕਰਾਂਗੇ, ਉਸ ਵਰਡ ਨੂੰ ਆਬਜੈਕਟ ਮੰਨਾਂਗੇ ਜਿਸ ਦੇ ਉੱਪਰ ਇਸ ਐਕਸ਼ਨ ਦਾ ਅਸਰ ਹੋਇਆ ਹੈ। ਠੀਕ ਹੈ, ਹੁਣ ਪਕਾਉਣ ਦਾ ਐਕਸ਼ਨ ਕਰਦੀ ਹੈ ਇਹ, ਇਸਨੇ ਪਕਾਉਣ ਦਾ ਐਕਸ਼ਨ ਕੀਤਾ, ਕਿਸ ਤੇ ਐਕਸ਼ਨ ਹੋਇਆ? ਫੂਡ ਤੇ। ਐਕਸ਼ਨ ਦਾ ਇਸ ਕੁੱਕ ਦਾ ਜੋ ਅਸਰ ਹੋਇਆ ਸਿੱਧਾ ਸਿੱਧਾ ਫੂਡ ਤੇ ਗਿਆ, ਤਾਂ ਦਾ ਫੂਡ ਜੋ ਹੈ ਇਸ ਦੇ ਵਿੱਚ ਆਬਜੈਕਟ ਹੋਇਆ। ਕਲੀਅਰ? ਅੱਗੇ ਦੇਖੋ, ਸ਼ੀ ਕੁਕਸ ਦਾ ਫੂਡ ਡੇਲੀ। ਹੁਣ ਇਹਦੇ ਵਿੱਚ ਇੱਕ ਵਰਡ ਹੋਰ ਪਲੱਸ ਹੋ ਗਿਆ, ਇੱਥੇ ਬੱਚੇ ਕਨਫਿਊਜ਼ ਨਾ ਹੋ ਜਾਣ ਕਿਤੇ ਵੀ ਡੇਲੀ ਨੂੰ ਵੀ ਆਬਜੈਕਟ ਮੰਨ ਲੈਣ, ਪਰ ਪਿਆਰੇ ਬੱਚਿਓ ਇੱਥੇ ਜੋ ਡੇਲੀ ਹੈ ਇਹ ਆਬਜੈਕਟ ਨਹੀਂ ਹੋ ਸਕਦਾ, ਕਿਉਂਕਿ ਦੇਖੋ ਉਹ ਬਣਾਉਂਦੀ ਹੈ ਭੋਜਨ, ਉਹ ਭੋਜਨ ਬਣਾਉਂਦੀ ਹੈ, ਭੋਜਨ ਬਣਾਉਣ ਦਾ ਐਕਸ਼ਨ ਹੋਇਆ, ਬਣਾਉਣ ਦਾ ਕਿਸ ਤੇ ਐਕਸ਼ਨ ਹੋਇਆ? ਫੂਡ ਤੇ। ਤਾਂ ਆਬਜੈਕਟ ਦਾ ਫੂਡ ਹੈ, ਡੇਲੀ ਦਾ ਆਬਜੈਕਟ ਹੋਇਆ, ਆਬਜੈਕਟ ਕੀ ਹੋਇਆ? ਫੂਡ। ਇਸ ਸੈਂਟੈਂਸ ਵਿੱਚ ਦਾ ਫੂਡ ਆਬਜੈਕਟ ਹੈ, ਕੁਕਸ ਵਰਬ ਹੈ, ਸੀ ਸਬਜੈਕਟ ਹੈ। ਓਕੇ, ਹੋਰ ਥੋੜਾ ਜਿਹਾ ਲੰਮਾ ਸੈਂਟੈਂਸ ਦੇਖ ਲਓ, she cooks the food in the morning daily, she cooks the food in the morning daily। ਹੁਣ ਜਦੋਂ ਐਕਟਿਵ ਤੋਂ ਪੈਸਿਵ ਆਪਾਂ ਬਣਾਵਾਂਗੇ ਤਾਂ ਕਈ ਬੱਚੇ ਕਨਫਿਊਜ਼ ਹੋ ਜਾਣਗੇ, ਉਹਨਾਂ ਨੂੰ ਲੱਗੇਗਾ ਕਿ ਮਾਰਨਿੰਗ ਆਬਜੈਕਟ ਹੈ ਕਿ ਡੇਲੀ ਆਬਜੈਕਟ ਹੈ ਜਾਂ ਫੂਡ ਆਬਜੈਕਟ ਹੈ। ਇੰਨੇ ਸ਼ਬਦ ਆ ਗਏ, ਇਹਨਾਂ ਚੋਂ ਕਨਫਿਊਜ਼ਨ ਬੱਚੇ ਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਕਨਫਿਊਜ਼ ਹੋ ਜਾਂਦਾ ਬੱਚਾ ਕਿ ਆਬਜੈਕਟ ਕਿਹੜਾ ਹੈ। ਕਿਉਂਕਿ ਜਦੋਂ ਆਪਾਂ ਪੈਸਿਵ ਬਣਾਉਂਦੇ ਹਾਂ ਆਬਜੈਕਟ ਨੂੰ ਆਪਾਂ ਸਬਜੈਕਟ ਦੇ ਤੌਰ ਤੇ ਯੂਜ਼ ਕਰਦੇ ਹਾਂ ਤੇ ਸਬਜੈਕਟ ਨੂੰ ਆਬਜੈਕਟ ਦੇ ਤੌਰ ਤੇ ਆਪਾਂ ਲੈ ਜਾਂਦੇ ਹਾਂ, ਬਾਈ ਪਲੱਸ ਏਜੰਟ ਵੀ ਕਹਿੰਦੇ ਉਸ ਨੂੰ। ਠੀਕ ਹੈ, ਸੋ ਇੱਥੇ ਦੇਖੋ, ਸ਼ੀ ਕੁਕਸ ਦਾ ਫੂਡ, ਉਹ ਪਕਾਉਂਦੀ ਹੈ ਭੋਜਨ। ਐਕਸ਼ਨ ਕਿਸ ਤੇ ਹੋਇਆ? ਭੋਜਨ ਤੇ। ਅਰਲੀ ਤੇ ਕੋਈ ਐਕਸ਼ਨ ਤਾਂ ਨਹੀਂ ਹੋਇਆ, ਪਕਾਉਣ ਦਾ ਕੋਈ ਅਸਰ ਇਸ ਤੇ ਹੋਇਆ? ਨੋ। ਮਾਰਨਿੰਗ ਤੇ ਕੋਈ ਅਸਰ ਹੋਇਆ? ਨੋ। ਡੇਲੀ ਤੇ ਕੋਈ ਅਸਰ ਹੋਇਆ? ਨੋ। ਸਿੱਧਾ ਸਿੱਧਾ ਪਕਾਉਣ ਦੇ ਐਕਸ਼ਨ ਦਾ ਅਸਰ ਕਿਸ ਤੇ ਹੋਇਆ? ਫੂਡ ਤੇ ਹੋਇਆ ਨਾ। ਤਾਂ ਇਸ ਪੂਰੇ ਵਰਬ ਤੋਂ ਬਾਅਦ ਜਿੰਨਾ ਇਹ ਆਪਣਾ ਬਚ ਗਿਆ ਸੈਂਟੈਂਸ, ਇਸ ਪੂਰੇ ਸੈਂਟੈਂਸ ਦੇ ਵਿੱਚ ਇਹ ਜੋ ਦੋ ਸ਼ਬਦ ਨੇ ਦਾ ਫੂਡ ਹੈ, ਇਹ ਆਬਜੈਕਟ ਹੈ। ਉਮੀਦ ਕਰਦਾ ਗੱਲ ਸਮਝ ਆ ਰਹੀ ਹੋਏਗੀ। ਅਜੇ ਹੋਰ ਐਗਜ਼ਾਮਪਲ ਲਾਵਾਂਗੇ ਆਪਾਂ, ਉਹਨਾਂ ਚ ਵੀ ਸਮਝਾਂਗੇ। ਹਾਂ, ਅੱਗੇ ਦੇਖੋ, ਰਾਮ gives me a book, ਰਾਮ ਮੈਨੂੰ ਇੱਕ ਪੁਸਤਕ ਦਿੰਦਾ ਹੈ। ਠੀਕ ਹੈ, ਹੁਣ ਇਸ ਦੇ ਵਿੱਚ ਦੇਣ ਦਾ ਐਕਸ਼ਨ ਹੁੰਦਾ ਹੈ, ਰਾਮ ਕਰਦਾ ਹੈ, ਕਿਸ ਦੇ ਉੱਪਰ ਕਰਦਾ ਐਕਸ਼ਨ? ਮੀ ਤੇ ਕਰਦਾ ਹੈ ਕਿ ਬੁੱਕ ਤੇ ਕਰਦਾ ਐਕਸ਼ਨ? ਕਿਸ ਤੇ ਹੋਇਆ? ਦੇਣ ਦਾ ਐਕਸ਼ਨ ਕਿਸ ਤੇ ਹੋਇਆ? ਬੁੱਕ ਤੇ ਹੋਇਆ ਨਾ। ਦਿੱਤਾ ਕੀ ਹੈ? ਦਿੰਦਾ ਕੀ ਹੈ? ਉਹ ਕਿਤਾਬ। ਮੈਨੂੰ ਥੋੜਾ ਨਾ ਫੜਾ ਰਿਹਾ ਕਿਸੇ ਨੂੰ ਵੀ ਮੈਨੂੰ ਚੱਕ ਕੇ ਆ ਫੜਾਤਾ, ਵੀ ਲੈ ਮੈਨੂੰ ਕਿਸੇ ਹੋਰ ਨੂੰ ਫੜਾ ਦੇ ਚੱਕ ਕੇ। ਠੀਕ ਹੈ, ਉਸਨੇ ਕੀ ਫੜਾਇਆ? ਬੁੱਕ। ਦੇਣ ਦਾ ਐਕਸ਼ਨ ਬੁੱਕ ਤੇ ਹੋਇਆ, ਇਸ ਕਰਕੇ ਬੁੱਕ ਜਿਹੜਾ ਆਬਜੈਕਟ ਹੈ। ਪਰ ਇੱਥੇ ਧਿਆਨ ਰੱਖਣਾ, ਮੀ ਵੀ ਆਬਜੈਕਟ ਹੈ, ਪਰ ਇਹਨਾਂ ਦੇ ਵਿੱਚ ਡਿਫਰੈਂਸ ਹੈ ਕਿ ਇਹ ਜੋ ਹੈ ਨਾ ਜਿਸ ਦੇ ਉੱਪਰ ਡਾਇਰੈਕਟ ਐਕਸ਼ਨ ਦਾ ਅਸਰ ਹੋਇਆ, ਇਸ ਦੇ ਉੱਪਰ ਹੋਇਆ ਅਸਰ। ਠੀਕ ਹੈ, ਕਿਤਾਬ ਪਹਿਲਾਂ ਇੱਧਰ ਸੀ, ਠੀਕ ਹੈ,
राम के हक में सी किताब, फिर किताब जो है मेरे हक में उसने देती इस तरह किताब मेरे तो राम तो मेरे वाल आई किताब, ठीक है। किताब के उपर एक्शन होया ना, मेरे उपर तो कोई एक्शन नहीं होया, ठीक है। राम ने एक्शन किया देण दा, एक्शन होया किसते किताब ते, मेरे ते कोई एक्शन नहीं होया, मी ते कोई एक्शन नहीं होया। इस करके जिसते उपर सीधा मतलब असर पिया है एक्शन का, उसनूं कहंदे आपां डायरैक्ट ऑब्जैक्ट। याद रखियो डायरैक्ट ऑब्जैक्ट यह है, ठीक है। तो ये की होया फिर, ये हो गया इनडायरैक्ट ऑब्जैक्ट। यानी कि एक सेंटेंस दे विच दो ऑब्जैक्ट्स भी हो सकते हैं, एक डायरैक्ट ऑब्जैक्ट, एक इनडायरैक्ट ऑब्जैक्ट। इत्थे मी जो है इनडायरैक्ट ऑब्जैक्ट है, आ बुक जो है डायरैक्ट ऑब्जैक्ट है, क्योंकि इसका एक्शन सीधा सीधा जो है असर जो है बुक ते होया है, मी ते कोई असर नहीं होया। एक्शन का जिस ऑब्जैक्ट ते असर हुंदा होवे दैट इज कॉल्ड डायरैक्ट ऑब्जैक्ट, अते जिस दे उपर कोई असर ना हुंदा होवे दैट इज कॉल्ड ऑब्जेक्ट, ओके, इनडायरेक्ट ऑब्जेक्ट। नेक्स्ट सेंटेंस देखो, पीपल इलेक्ट हिम प्रेसिडेंट। बहुत इंटरेस्टिंग सेंटेंस है। लोग उसनू राष्ट्रपति चुनते हैं, ठीक है। हुण इस दे विच देखो पीपल का सब्जेक्ट है, इलैक्ट वर्ब है, ठीक है। चुनन का एक्शन हुंदा है, कौन करते हैं पीपल, तो सब्जेक्ट हो गया, करता हो गया, एक्शन करने वाला पीपल है, इत्थे ये वर्ड है पीपल ने, लोग ने एक्शन करने वाले। हुण देखो उन्होंने जो है किस एक्शन होया किसते, हिम ते होया कि प्रेसिडेंट ते एक्शन होया। देखो लोग उसनू प्रेसिडेंट चुनते हैं, एक्शन किसते होया, हिम ते। चुनिया कौन जाता है, हिम, प्रेसिडेंट थोड़ी, हिम चुनिया गया। असल में ये की है फिर प्रेसिडेंट की है, प्रेसिडेंट असल में की है, ये जो अपना ऑब्जेक्ट है ना, ये डायरेक्ट ऑब्जेक्ट है, डायरेक्ट ऑब्जेक्ट का एक कंप्लीमेंट है, ठीक है। ऑब्जेक्ट का कंप्लीमेंट है, ऑब्जेक्ट का कंप्लीमेंट किसनूं कहंदे आपां, जो शब्द जो वर्ड ऑब्जेक्ट नूं डिस्क्राइब करदा होवे, ऑब्जेक्ट बारे एक्स्ट्रा इंफॉर्मेशन दिंदा होवे, उसनूं कहंदे आपां कंप्लीमेंट। ऑब्जेक्ट का कंप्लीमेंट है, इसनूं पूर्ण करदा है, इस बारे होर इंफॉर्मेशन आपां नूं दिंदा है। असल विच ऑब्जेक्ट इत्थे हिम है, प्रेसिडेंट नहीं है। जदों आपां इस सेंटेंस का एक्टिव तो पैसिव बनावांगे तां पहले नंबर ते आपां एज ए सब्जेक्ट हिम नूं अगे लैके जावांगे, ना कि प्रेसिडेंट नूं। क्लीयर। पर इस केस दे विच मी नूं भी आपां एज ए सब्जेक्ट यूज कर सकते हैं, चेंज करके आई आ जाएगा इत्थे, ये भी आपां अगे डिस्कस करांगे। केसिस नोमिनेटिव केस है ना, ते ऑब्जेक्टिव केस, नोमिनेटिव केस, ये आपां डिस्कस करांगे इन्हां सेंटेंसेस तो बाद, ठीक है। हुण मी नूं अगे ले जाया जा सकता है, एज सब्जेक्ट यूज किया जा सकता है, नो प्रॉब्लम। आ बुक नूं भी किया जा सकता है, क्यों इस सेंटेंस विच प्रेसिडेंट नूं क्यों नहीं आपां एज सब्जेक्ट यूज कर सकते, इत्थे आपां कर सकते हैं, इस नूं कर लो जां इस नूं कर लो, इस दे विच अंतर है। इत्थे तां ए भी ऑब्जेक्ट है, ए भी ऑब्जेक्ट है, ए डायरेक्ट ऑब्जेक्ट है, ए इनडायरेक्ट ऑब्जेक्ट है, ठीक है। आपां पैसिव बनाउंदे समय दोनों विचों किसी भी एक ऑब्जेक्ट नूं एज अ सब्जेक्ट यूज कर सकते हां, क्लीयर। परंतु ऑब्जेक्ट दे कंप्लीमेंट नूं आपां एज सब्जेक्ट यूज नहीं कर सकते, ये ध्यान रखनी है गल। इस सेंटेंस दे विच हिम दा ही बन के सब्जेक्ट बन जाएगा, प्रेसिडेंट नूं इधर नहीं लिख सकते आपां, ये ध्यान रखियो, बच्चे इत्थे कंफ्यूज हो जाते हैं, समझ लें प्रेसिडेंट भी ऑब्जेक्ट है, क्लियर। जबकि ये ऑब्जेक्ट नहीं बल्कि कंप्लीमेंट है ऑब्जेक्ट दा, ओके। नेक्स्ट सेंटेंस देखो, दे मेक शूज इन द फैक्ट्री, ठीक है। थोड़ा वीडियो पॉज करके तुसी सोचो इस सेंटेंस दे विच ऑब्जेक्ट की है, शूज ऑब्जेक्ट है या फैक्ट्री ऑब्जेक्ट है। कुछ बच्चों के दिमाग में शूज आएगा, कुछ बच्चों के दिमाग में द फैक्ट्री आएगा। फिर जिन्हां बच्चों ने वीडियो ध्यान नाल सुन ली है, इत्थों तक देखी है ध्यान नाल, उन्होंने समझ आ गया होगा कि इस सेंटेंस दे विच जो ऑब्जेक्ट है वो शूज है, ना कि फैक्ट्री। क्यों, बनाउण दा एक्शन हुंदा है, ਉਹ है दे वो एक्शन करते हैं, किस चीज का एक्शन, बनाउण दा एक्शन हुंदा है, किस दे उपर हुंदा है, शूज दे उपर, या कि फैक्ट्री दे उपर एक्शन हुंदा है बनाउण दा। जो बनाउण दा एक्शन हुंदा है इस सेंटेंस विच, उसदा सीधा सीधा असर शूज ते पैंदा है, ना कि फैक्ट्री ते, ठीक है। सो इस सेंटेंस विच जो ऑब्जेक्ट है वो की है, शूज है। जदों आपां पैसिव बनावांगे तां शूज इसनूं ऑब्जेक्ट नूं सब्जेक्ट के तौर पर लैके आपां नूं जाना पेगा। फैक्ट्री नूं जेकर तुसीं अगे लिख लैंदे हो तां तुहाडा सेंटेंस जो है गलत
ਹੋ ਜਾਏਗਾ। ਓਕੇ, ਇੱਕ ਹੋਰ ਐਗਜ਼ਾਮਪਲ ਆਪਾਂ ਲੈਂਦੇ ਆ, ਉਸ ਤੋਂ ਬਾਅਦ ਆਪਾਂ ਕੇਸਿਸ ਡਿਸਕਸ ਕਰਾਂਗੇ। ਠੀਕ ਹੈ, ਪੀਪਲ ਸਪੀਕ ਇੰਗਲਿਸ਼ ਆਲ ਓਵਰ ਦਾ ਵਰਲਡ। ਠੀਕ ਹੈ, ਹੁਣ ਲੋਕ ਬੋਲਦੇ ਹਨ, ਕੀ ਬੋਲਦੇ ਹਨ? ਅੰਗਰੇਜ਼ੀ, ਇੰਗਲਿਸ਼, ਆਲ ਓਵਰ ਦਾ ਵਰਲਡ, ਪੂਰੀ ਦੁਨੀਆ ਦੇ ਵਿੱਚ। ਹੁਣ ਦੇਖੋ ਆਬਜੈਕਟ ਕੀ ਹੈ, ਵਰਬ ਹੈ ਸਪੀਕ, ਇਸ ਤੋਂ ਬਾਅਦ ਹੀ ਹੋਊਗਾ ਆਬਜੈਕਟ। ਤਾਂ ਇੰਗਲਿਸ਼ ਆਬਜੈਕਟ ਹੋ ਸਕਦਾ ਹੈ ਜਾਂ ਵਰਡ ਹੋ ਸਕਦਾ ਹੈ। ਤੁਸੀਂ ਸੋਚੋ ਕੀ ਹੋਏਗਾ, ਕੀ ਹੋਏਗਾ? ਇੱਥੇ ਆਬਜੈਕਟ ਜੋ ਹੈ ਇੰਗਲਿਸ਼ ਹੈ। ਬੋਲਦੇ ਨੇ ਲੋਕ, ਬੋਲਣ ਦਾ ਐਕਸ਼ਨ ਹੁੰਦਾ ਕਿਸ ਤੇ ਹੁੰਦਾ? ਇੰਗਲਿਸ਼ ਤੇ ਹੁੰਦਾ ਹੈ, ਨਾ ਕਿ ਦੁਨੀਆ ਤੇ। ਦੁਨੀਆ ਤੇ ਥੋੜੀ ਕੋਈ ਅਸਰ ਹੋਇਆ ਬੋਲਣ ਦਾ। ਬੋਲਣ ਦਾ ਅਸਰ ਕਿਸ ਤੇ ਹੋਇਆ? ਇੰਗਲਿਸ਼ ਤੇ ਹੋਇਆ। ਐਕਸ਼ਨ ਜੋ ਹੈ ਇਸ ਵਰਡ ਤੇ ਹੋ ਰਿਹਾ, ਇਹ ਆਬਜੈਕਟ ਹੈ। ਠੀਕ ਹੈ, ਜਦੋਂ ਆਪਾਂ ਪੈਸਿਵ ਬਣਾਵਾਂਗੇ ਤਾਂ ਇੰਗਲਿਸ਼ ਵਰਡ ਅੱਗੇ ਜਾਏਗਾ, ਪੀਪਲ ਵਰਡ ਜੋ ਹੈ ਲਾਸਟ ਤੇ ਚਲਾ ਜਾਏਗਾ। ਠੀਕ ਹੈ, ਉਮੀਦ ਕਰ रहा कॉन्सेप्ट ਤੁਹਾਨੂੰ क्लियर ਹੋ ਗਿਆ ਹੋਏਗਾ। ਕਈ ਵਾਰ ਜੋ ਹੈ ਪਿੱਛੇ ਨਾ ਆਬਜੈਕਟ ਦਿੱਤਾ ਨਹੀਂ ਹੁੰਦਾ। ਠੀਕ ਹੈ, ਉੱਥੇ ਆਪਾਂ ਨੂੰ ਮੰਨਣਾ ਪੈਂਦਾ। ਫਿਰ ਆਬਜੈਕਟ ਉੱਥੇ ਆਪਾਂ ਨੂੰ ਮੰਨਣਾ ਵੀ ਪੈਂਦਾ ਹੈ ਜੇ ਆਬਜੈਕਟ ਨਾ ਦਿੱਤਾ ਹੋਵੇ, ਇਹ ਵੀ ਗੱਲ ਹੈ। ਠੀਕ ਹੈ, ਜਿਵੇਂ ਮੰਨ ਲਓ ਸੈਂਟੈਂਸ ਮੈਂ ਲਿਖ ਰਿਹਾ ਕਿੱਧਰ, she cooks, मैं इतना ही लिखता, आगे कुछ नहीं लिखा ते कहता इसका पैसिव बनाओ कि इसका पैसिव पॉसिबल है। इसका पैसिव किवें पॉसिबल होगा? पैसिव क्योंकि अगे तो ऑब्जेक्ट है ही नहीं, आप सब्जेक्ट के तौर पर लेके आना सी उरे। ਤਾਂ ਇਹੋ ਜਿਹੇ ਸੈਂਟੈਂਸ ਦੇ ਵਿੱਚ ਆਪਾਂ ਕੀ ਕਰਦੇ ਆ, ਆਬਜੈਕਟ ਨੂੰ ਜੋ ਹੈ ਮੰਨ ਲੈਂਦੇ ਆ। ਅੰਡਰਸਟੂਡ ਹੁੰਦਾ ਹੈ ਆਬਜੈਕਟ। ਉਹ ਪਕਾਉਂਦੀ ਹੈ, ਕੀ ਪਕਾਉਂਦੀ ਹੈ? ਭੋਜਨ। ਭੋਜਨ ਹੀ ਪਕਾਉਂਦੀ ਹੋਊਗੀ ਨਾ, ਕੁਝ ਨਾ ਕੁਝ ਤਾਂ ਪਕਾਉਂਦੀ ਹੋਊਗੀ ਉਹ। ਠੀਕ ਹੈ, यानी कि आप इतने मान के चलिए सी कुक्स समथिंग। ठीक है, वो कुछ पकाउंदी है, कुछ दे विच कुछ भी हो सकता है, फूड दी कोई भी डिश इस दे विच हो सकती है। ठीक है, ये डिश जो है आपां ने जो है मान लेनी है इत्थे फिर। ठीक है, एज ऑब्जेक्ट आपां इसनूं मान लवांगे। ठीक है, समझ आई मेरी गल? यानी कि जो पैसिव बनावांगे समथिंग नूं अगे लिख लांगे, आपां इहदे विच दित्ता होया नहीं है। ठीक है, हाँ एक एग्जाम्पल हो रहा है, रह गया सी माई फादर बॉट मी अ कार। देखो हुण इस विच देखो की है, ऑब्जेक्ट की है, मी है या कार है? देखो दोनों ही इस दे विच अपने ऑब्जेक्ट ने ये। ठीक है, ये ध्यान रखना अपने कोल डायरैक्ट ऑब्जेक्ट ये है। ठीक है, ये की हो गया अपने कोल इनडायरैक्ट ऑब्जेक्ट हो गया। क्लियर, ये इनडायरेक्ट ऑब्जेक्ट है। हम देखो खरीदी, मेरे पिता ने खरीदी, की खरीदी? कार। मी तो नहीं खरीदिया, सीधा सीधा सर किसने होया? कार ते। तो इस सेंटेंस दे जो कार शब्द है ना, आकार, ये डायरेक्ट ऑब्जेक्ट है। पैसिव बनाते समय इस लोग के लेके आवांगे। ठीक है, तो क्लियर हो जाएगा सेंटेंस, क्योंकि इनडायरेक्ट ऑब्जेक्ट नाल भी पैसिव बन सकता है। इस करके मी नू अगे ले जाके भी एज ए सब्जेक्ट यूज करके भी सेंटेंस का पैसिव बन सकता है। ठीक है, इत्थों तक दी मैं थोड़ी जी तुहानूं गल दस देवां कि एक तां ध्यान रखना भी सब्जेक्ट किहड़ा है। ठीक है, दूसरी पछाण ये करनी है आपां ने सेंटेंस दे विच भी ऑब्जेक्ट किहड़ा है। ठीक है, किसी सेंटेंस विच सिंगल ऑब्जेक्ट भी हो सकता है, डबल भी हो सकता है। ठीक है, जे तां सिंगल है, डायरैक्ट ऑब्जेक्ट कल्ला ही दिता होया है, फिर तां कोई प्रॉब्लम है ही नहीं। डायरैक्ट ऑब्जेक्ट नूं आपां अगे लिख दांगे सब्जेक्ट के तौर पर वरत दांगे। पर जे दो ऑब्जेक्ट ने अपने कोल, ठीक है, जिवें इस सेंटेंस दे विच है, तां फिर कोई भी एक सब्जेक्ट नूं जे भावें इनडायरैक्ट नूं अगे ले जाओ तुसीं जां डायरैक्ट नूं अगे ले जाओ, सेंटेंस बन सकदा है। किवें बनेगा ये आपां अगे आउण वाली वीडियोस दे विच ना डिस्कस करांगे। ठीक है, ये ध्यान रखना तुसीं। पर जे ऑब्जेक्ट ना दिता गया होवे, वो आपां ने सोचना हुंदा भी की हो सकदा है। ठीक है, इस सेंटेंस दे विच तां आपां ने समथिंग मान लिया, सी कुक्स समथिंग, क्योंकि भोजन सी, कोई चीज सी पकाउंदी है वो। ठीक है, जे मान लो सेंटेंस है द टीचर बीट्स है, मान लो। ठीक है, अध्यापक कुटदा है, किसनूं कुटदा है? किसी ना किसी नूं, समवन होएगा ना, इत्थे कोई व्यक्ति का होगा ना। ठीक है, वैसे आजकल जो है कुट्टण वाला काम जो है हुंदा नहीं, करना नहीं चाहिए। बच्चों को जो है किसी प्रकार की पनिशमेंट नहीं दी जानी चाहिए। ठीक है, तो एक जस्ट एग्जांपल है, इत्थे आपां पुलिस भी कर सकते हैं, द पुलिस बीट्स, द पुलिस बीट्स, द पुलिस बीट। हाँ, ये भी ध्यान रखना, मैं दस्सिया सी पहला वीडियो दे विच, द पुलिस बीट। पुलिस जो है प्लूरल वर्ड हुंदा। ठीक है, इस करके मैं फर्स्ट फॉर्म लगाई से
द पुलिस बीट, पुलिस कुटदी है किसनू, किसी ना किसी तो कुटदी है। इत्थे जो है ऑब्जेक्ट की है, समवन है, ਜਾਂ ਇੱਥੇ ਆਪਾਂ ਕਲਪ੍ਰਿਟ ਮੰਨ ਸਕਦੇ ਆ, अपराधी, अपराधी ਨੂੰ ਕੁੱਟਦੀ ਆ ਉਹ। ਠੀਕ ਹੈ, ਸੋ ਇਸ ਤਰ੍ਹਾਂ ਕੁਝ ਸੈਂਟੈਂਸਿਸ ਤੁਹਾਡੇ ਕੋਲ ਪੇਪਰ ਦੇ ਵਿੱਚ ਆ ਸਕਦੇ ਨੇ ਜਿਨ੍ਹਾਂ ਦਾ ਆਬਜੈਕਟ ਨਹੀਂ ਦਿੱਤਾ ਹੋਏਗਾ, ਉਹ ਆਪਾਂ ਨੂੰ ਮੰਨਣਾ ਪਏਗਾ, ਆਪਣੇ ਦਿਮਾਗ ਤੇ ਡਿਪੈਂਡ ਕਰਦਾ ਹੈ ਵੀ ਆਪਾਂ ਉੱਥੇ ਕੀ ਮੰਨਦੇ ਆ। ਠੀਕ ਹੈ ਫਰੈਂड्स, ਸੋ ਉਮੀਦ ਕਰਦਾ ਇਹ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਦਾ ਜੋ ਹੈ ਐਕਟਿਵ ਤੋਂ ਪੈਸਿਵ ਬਣਾਉਣਾ ਸਿੱਖਾਂਗੇ ਤੇ ਇਸ ਦਾ ਤੁਸੀਂ ਹੁਣ ਸਕਰੀਨਸ਼ਾਟ ਲੈ ਲਓ। ਇਸੇ ਵੀਡੀਓ ਦੇ ਵਿੱਚ ਅਜੇ ਆਪਾਂ ਕੇਸਿਸ ਵੀ ਡਿਸਕਸ ਕਰਾਂਗੇ, ਸਕਰੀਨਸ਼ਾਟ ਲੈ ਲਓ। ਇਸ ਤੋਂ ਬਾਅਦ ਆਪਾਂ ਕੇਸਿਸ ਡਿਸਕਸ ਕਰਾਂਗੇ, ਫਿਰ ਆਉਣ ਵਾਲੀ ਵੀਡੀਓ ਦੇ ਵਿੱਚ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਨੂੰ ਡਿਸਕਸ ਕਰਾਂਗੇ। ਹਾਂਜੀ, ਹੁਣ ਆਪਾਂ ਡਿਸਕਸ ਕਰਦੇ ਹਾਂ ਪ੍ਰੋਨਾਉਂਸ ਦੇ ਕੇਸਿਸ। ਠੀਕ ਹੈ, ਪ੍ਰੋਨਾਉਂਸ ਨੇ ਹੀ, ਸ਼ੀ, ਦੇ, ਆਈ, ਵੀ, ਯੂ, ਇਟ। ਠੀਕ ਹੈ, ਆਲ ਥੀਸ ਆਰ ਪ੍ਰੋਨਾਉਂਸ। ਹੁਣ ਇਹਨਾਂ ਪ੍ਰੋਨਾਉਂਸ ਦੇ ਕੇਸਿਸ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਕਿਸ ਕੇਸ ਦੇ ਵਿੱਚ ਯੂਜ਼ ਹੁੰਦੇ ਨੇ, ਕਿਸ ਤਰ੍ਹਾਂ ਯੂਜ਼ ਹੈ ਇਹਨਾਂ ਦਾ। ਇਹ ਬਹੁਤ ਜ਼ਰੂਰੀ ਹੈ ਐਕਟਿਵ ਤੋਂ ਪੈਸਿਵ ਬਣਾਉਣ ਲਈ, ਪੈਸਿਵ ਤੇ ਐਕਟਿਵ ਬਣਾਉਣ ਲਈ। ਇਹ ਟੇਬਲ ਤੁਹਾਨੂੰ ਆਉਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ, ਇਸ ਕਰਕੇ ਆਪਾਂ ਡਿਸਕਸ ਕਰ ਰਹੇ ਹਾਂ। ਠੀਕ ਹੈ, ਹਾਂ ਦੇਖੋ ਹੀ ਹੈ ਜੋ ਇਸਨੂੰ ਆਪਾਂ ਐਜ਼ ਸਬਜੈਕਟ ਯੂਜ਼ ਕਰਦੇ ਨੇ, ਨੋਮੀਨੇਟਿਵ ਕੇਸ ਵੀ ਆਪਾਂ ਕਹਿ ਦਿੰਦੇ ਹਾਂ। ਜਦੋਂ ਸੈਂਟੈਂਸ ਆਪਾਂ ਸ਼ੁਰੂ ਕਰਦੇ ਹਾਂ, ਠੀਕ ਹੈ, ਤਾਂ ਇਸ ਨੂੰ ਆਪਾਂ ਇਸ ਤਰੀਕੇ ਨਾਲ ਯੂਜ਼ ਕਰਦੇ ਹਾਂ ਹੀ ਨੂੰ। she, they, I, we, you, it। ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ ਐਜ਼ ਸਬਜੈਕਟ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਇਸ ਨੂੰ ਆਪਾਂ ਨੋਮੀਨੇਟਿਵ ਕੇਸ ਵੀ ਕਹਿੰਦੇ ਹਾਂ। ਠੀਕ ਹੈ, ਜਦੋਂ ਇਸੇ ਵਾਸਤੇ ਹੀ ਵਾਸਤੇ ਕੋਈ ਪ੍ਰੋਨਾਉਨ ਮਤਲਬ ਹੱਕ ਦਰਸਾਉਣ ਵਾਸਤੇ ਕੀਤਾ ਗਿਆ ਹੁੰਦਾ ਹੋਵੇ। ਹੁਣ ਦੇਖੋ ਹੀ ਦਾ ਮਤਲਬ ਉਹ ਹੈ, ਜੇ ਇਹ ਕਹਿਣਾ ਵੀ ਉਸ ਦਾ, ਠੀਕ ਹੈ, ਉਸ ਦੀ, ਉਸ ਦੇ, ਕੁਛ ਅੱਗੇ ਸ਼ਬਦ ਮਤਲਬ ਉਸ ਦਾ ਟੇਬਲ, ਉਸਦੀ ਮੇਜ਼। ਠੀਕ ਹੈ, ਤਾਂ ਉੱਥੇ ਹਿਜ ਲਿਖਾਂਗੇ ਆਪਾਂ, ਹਿਜ ਟੇਬਲ। ਠੀਕ ਹੈ, ਹਿਜ ਚੇਅਰ, ਹਿਜ ਪੈਨ, ਹਿਜ ਫਾਦਰ, ਹਿਜ ਮਦਰ। ਠੀਕ ਹੈ, ਤਾਂ ਇਸ ਤਰ੍ਹਾਂ ਦਾ ਜਿਹੜਾ ਕੇਸ ਹੈ, ਇਸ ਤੋਂ ਪਤਾ ਲੱਗਦਾ ਆਪਾਂ ਨੂੰ ਵੀ ਇਹ ਉਸਦਾ ਹੈ। ਕੌਣ ਹੈ ਉਸਦਾ? ਕੋਈ ਚੀਜ਼ ਵੀ ਹੋ ਸਕਦੀ ਹੈ, ਕੋਈ ਬੰਦਾ, ਕੋਈ ਵਿਅਕਤੀ ਨਾਲ ਰਿਲੇਸ਼ਨ ਵੀ ਹੋ ਸਕਦਾ ਹੈ। ਠੀਕ ਹੈ, ਇਸ ਕੇਸ ਨੂੰ ਕਹਿੰਦੇ ਆਪਾਂ ਪੋਜੈਸਿਵ ਕੇਸ। ਠੀਕ ਹੈ, ਤੇ ਹੀ ਨੂੰ ਜਦੋਂ ਆਪਾਂ ਆਬਜੈਕਟ ਦੇ ਤੌਰ ਤੇ ਯੂਜ਼ ਕਰਦੇ ਹਾਂ ਤਾਂ ਇਸ ਲਈ ਵਰਡ ਹਿਮ ਆਪਾਂ ਲਿਖਦੇ ਹਾਂ। ਇਹ ਧਿਆਨ ਰੱਖਣਾ। ਸੌਰੀ, ਹੀ ਲਈ ਆਬਜੈਕਟ ਦੇ ਤੌਰ ਤੇ ਹਿਮ ਯੂਜ਼ ਹੋਏਗਾ ਤੇ ਪੋਜੈਸਿਵ ਕੇਸ ਹੈ ਹਿਜ। ਇਹ ਹਿਜ ਕੋਈ ਜ਼ਰੂਰੀ ਨਹੀਂ ਵੀ ਸੈਂਟੈਂਸ ਦੇ ਲਾਸਟ ਤੇ ਹੀ ਆਏਗਾ ਜਾਂ ਸ਼ੁਰੂ ਚ ਵੀ ਆਏਗਾ। ਠੀਕ ਹੈ, ਕਿਸੇ ਵੀ ਹਿੱਸੇ ਵਿੱਚ ਸੈਂਟੈਂਸ ਦੇ ਆ ਸਕਦਾ ਹੈ, ਪਰ ਕੰਡੀਸ਼ਨ ਇਹ ਹੋਗੀ ਇਸ ਦੇ ਨਾਲ ਕੋਈ ਨਾ ਕੋਈ ਇੱਕ ਹੋਰ ਵਰਡ ਜ਼ਰੂਰ ਲਿਖਿਆ ਹੋਊਗਾ। ਜਿਵੇਂ ਆਪਾਂ ਕਹਿੰਦੇ ਹਿਜ ਮਦਰ, ਹਿਜ ਫਾਦਰ, ਕੁਝ ਨਾ ਕੁਝ ਆਪਾਂ ਨੂੰ ਦੱਸਣਾ ਪਏਗਾ ਵੀ ਅਧਿਕਾਰ ਹੈ ਇਸ ਦਾ, ਕਿਸ ਦੇ ਉੱਪਰ ਹੱਕ ਦਰਸਾ ਰਿਹਾ ਹੈ, ਉਹ ਵੀ ਆਪਾਂ ਨੂੰ ਇੱਥੇ ਸਪੈਸੀਫਾਈ ਕਰਨਾ ਪਊਗਾ। ਖਾਲੀ ਹਿਜ ਜੋ ਹੈ ਯੂਜ਼ ਨਹੀਂ ਹੋਏਗਾ। ਠੀਕ ਹੈ, ਤੇ ਉਸ ਤੋਂ ਬਾਅਦ ਸ਼ੀ ਹੈ, ਹਰ। ਹੁਣ ਹਰ ਦੇ ਪੋਜੈਸਿਵ ਕੇਸ ਦੋ ਨੇ, ਹਰ ਵੀ ਹੋ ਸਕਦਾ ਹੈ, ਹਰਸ ਵੀ ਹੋ ਸਕਦਾ ਹੈ, ਐਸ ਨਾਲ ਵੀ ਹੋ ਸਕਦਾ ਹੈ। ਠੀਕ ਹੈ ਜੀ, ਤੇ ਆਬਜੈਕਟਿਵ ਕੇਸ ਵੀ ਇਸ ਦਾ ਜੋ ਹੈ ਹਰ ਹੀ ਲਿਖਿਆ ਜਾਂਦਾ ਹੈ। ਜਦੋਂ ਐਜ਼ ਅ ਸਬਜੈਕਟ ਲਿਖਦੇ ਆ ਆਪਾਂ ਸ਼ੀ ਲਿਖਦੇ ਆ, ਐਜ਼ ਐਨ ਆਬਜੈਕਟ ਲਿਖਦੇ ਆ ਤਾਂ ਹਰ ਲਿਖਦੇ ਆ, ਤੇ ਪੋਜੈਸਿਵ ਕੇਸ ਦੇ ਵਿੱਚ ਆਪਾਂ ਹਰ ਤੇ ਹਰਸ ਦੋਨੋਂ ਸ਼ਬਦਾਂ ਦਾ ਇਸਤੇਮਾਲ ਕਰ ਸਕਦੇ ਹਾਂ। ਠੀਕ ਹੈ, ਹਿਜ ਦਾ ਇੱਕੋ ਹੀ ਪੋਜੈਸਿਵ ਕੇਸ, ਇੱਕੋ ਹੀ ਰੂਪ ਹੈ, ਪਰ ਇਸ ਦੇ ਦੋ ਨੇ, ਹਰ ਵੀ ਹੈ ਤੇ ਹਰਸ ਵੀ ਹੈ। ਠੀਕ ਹੈ, ਇਹਨਾਂ ਦੇ ਯੂਸਿਸ ਬਾਰੇ ਆਪਾਂ ਫਿਰ ਗੱਲ ਕਰਾਂਗੇ। ਅੱਜ ਆਪਾਂ ਇੰਨਾ ਹੀ ਡਿਸਕਸ ਕਰਾਂਗੇ ਐਕਟਿਵ ਪੈਸਿਵ ਦੇ ਪੁਆਇੰਟ ਆਫ ਵਿਊ ਨਾਲ। ਠੀਕ ਹੈ, ਦੇ ਦਾ ਜੋ ਸਬਜੈਕਟਿਵ ਰੂਪ ਕਹ ਲਓ ਜਾਂ ਨੋਮੀਨੇਟਿਵ ਕੇਸ ਕਹ ਲਓ, ਦੇ ਹੈ ਤੇ ਆਬਜੈਕਟਿਵ ਹੈ them। ਤੇ ਪੋਜੈਸਿਵ ਕੇਸ ਇਸ ਦੇ ਵੀ ਦੋ ਨੇ, देयर ਹੈ, देयर्स ਹੋ ਸਕਦਾ, ਐਸ ਲੱਗ ਗਿਆ देयर ਦੇ ਵਿੱਚ ਐਸ ਜੁੜ ਕੇ। ਠੀਕ ਹੈ, ਇਹ ਇਸ ਦੇ ਪੋਜੈਸਿਵ ਰੂਪ ਦੋ ਨੇ, ਆਬਜੈਕਟਿਵ them ਹੈ ਤੇ ਸਬਜੈਕਟਿਵ ਜਾਂ ਕਹ ਲਓ ਨੋਮੀਨੇਟਿਵ ਕੇਸ ਉਹ ਦੇ ਹੈ। ਠੀਕ ਹੈ, ਉਸ ਤੋਂ ਬਾਅਦ ਆਈ ਦਾ ਦੇਖ ਲਓ, ਆਈ, ਮਾਈ, ਮਾਈਨ। ਪੋਜੈਸਿਵ ਦੋ ਹੋ ਗਏ, ਮਾਈ ਤੇ ਮਾਈਨ, ਤੇ ਆਬਜੈਕਟਿਵ ਮੀ। ਐਜ਼ ਅ ਸਬਜੈਕਟ ਆਈ ਲਿਖਾਂਗੇ, ਐਜ਼ ਐਨ ਆਬਜੈਕਟ ਮੀ ਲਿਖਾਂਗੇ। ਕਲੀਅਰ? ਇਹ ਇਸ ਕਰਕੇ ਜ਼ਰੂਰੀ ਹੈ, ਜਦੋਂ ਪੈਸਿਵ ਬਣਾਵਾਂਗੇ ਮੀ ਲਾਸਟ ਆਇਆ ਸੈਂਟੈਂਸ ਦੇ ਨੂੰ ਅੱਗੇ ਲੈ ਕੇ ਆਣਾ ਸਬਜੈਕਟ ਦੇ ਤੌਰ ਤੇ, ਆਈ ਬਣ ਜਾਏਗਾ। ਆਈ ਨੂੰ ਆਬਜੈਕਟ ਦੇ ਤੌਰ ਤੇ ਲਿਖਾਂਗੇ ਤਾਂ ਮੀ ਬਣ ਜਾਏਗਾ। ਇਸੇ ਤਰ੍ਹਾਂ ਸਾਰੇ ਕੇਸਿਸ ਦੇ ਵਿੱਚ ਐਵੇਂ ਹੀ ਹੈ ਜੀ। ਵੀ, ਆਵਰ, ਆਵਰਸ ਤੇ ਅਸ। ਠੀਕ ਹੈ, ਹੁਣ ਵੀ ਐਜ਼ ਅ ਸਬਜੈਕਟ ਲਿਖਦੇ ਆ, ਐਜ਼ ਐਨ ਆਬਜੈਕਟ ਅਸ ਲਿਖਾਂਗੇ। ਪੋਜੈਸਿਵ ਕੇਸ ਇਸ ਦੇ ਦੋ ਨੇ, ਜਿਵੇਂ ਇਸ ਦੇ ਵੀ ਦੋ ਨੇ, ਇਸ ਦੇ ਦੋ ਨੇ, ਇਸ ਦਾ ਇੱਕੋ ਹੀ ਹੈ। ਠੀਕ ਹੈ, ਇਹਨਾਂ ਦੇ ਯੂਸਿਸ ਅਲੱਗ-ਅਲੱਗ ਹੁੰਦੇ ਨੇ। ਠੀਕ ਹੈ, ਆਪਾਂ ਕਹਿੰਦੇ ਦਿਸ ਇਜ਼ ਮਾਈ ਪੈਨ, ਮੈਂ ਕਹਿ ਰਿਹਾ ਇਹ ਮਾਈ ਯੂਜ਼ ਕਰਾਂ, ਦਿਸ ਇਜ਼ ਮਾਈ
पेन, दिस इज माई मार्कर। ठीक है, यह मेरा मार्कर है, इसलिए मैं हक दर्शा रहा। ठीक है, इसको मैं एवं भी बोल सकता, दिस मार्कर इज माइन। फिर माइन मैं लास्ट में बोलूंगा, है पोजेसिव केस है भी, दिस मार्कर इज माइन। ठीक है, इस तरह इन्हों का यूज होता है। उस तो बाद देखो यू का पोजेसिव केस योर भी हो सकता है, योर्स भी हो सकता है। ठीक है, उस तो बाद ऑब्जेक्टिव इसका यू ही रहता है। एज अ सब्जेक्ट भी यू है, एज एन ऑब्जेक्ट भी यू ही रहेगा। ओके, उस तो बाद इट है। ठीक है, इट का पोजेसिव केस इट्स है ते ऑब्जेक्टिव इट है, सेम रहता है, इट का इट ही रहता है। सब्जेक्ट के तौर पर आवे तां भी इट लिखांगे, एज एन ऑब्जेक्ट जो लिखना होवे उदों भी आपां इसनूं इट ही लिखांगे, पर जो पोजेसिव केस लिखना है तो इट्स लिखांगे। इस विच ध्यान रखने वाली गल ये मैं पहले ही नोट किया, इत्थे देखो इंपोर्टेंट चीज है कि अपोस्ट्रोफी नहीं लगावांगे आपां इस दे विच, क्योंकि पोजेसिव केस का मतलब है, इट्स का मतलब ये है कि किसी वस्तु दे बारे आपां कह रहे हैं कि उसदा। ठीक है, एग्जांपल नाल समझ लो, दिस इज अ मार्कर, दिस इज अ मार्कर, इट्स कलर इज रेड, इट्स कलर इज रेड। इट्स का मतलब क्या होता है, इसदा। ठीक है, पोजेसिव केस है। पर जो आप इत्थे अपोस्ट्रोफी लगा देंगे, अपोस्ट्रोफी एस लगाने नाल इसका मीनिंग बन जाता है इट इज, बिल्कुल अलग सेंस बन गई। सो डियर फ्रेंड्स, ध्यान रखना है, इट दा पोजेसिव केस इट्स है, ITS बिना अपोस्ट्रोफी तो, जे अपोस्ट्रोफी लगावांगे तो इसका मीनिंग ये बन जाता है। सो इन्हां गल्लां दा तुसीं ध्यान रखोगे। उम्मीद करना कि तुहानूं जो एक्टिव तो पैसिव बनाउण लई जां पैसिव तो एक्टिव सेंटेंस बनाउण लई जिन्हां बेसिक्स की जरूरत सी वो सारे क्लीयर हो गए होणगे। ठीक है, आने वाली वीडियो के आपां डिस्कस करांगे कि किस तरह एक सेंटेंस नूं एक्टिव तो पैसिव बनाया जाता है ते पैसिव तो एक्टिव बनाया जाता है। उदों तक तुसीं ये वीडियो नूं चंगी तरह ध्यान नाल देखो, एक बार समझ नहीं आई तो दूसरी बार भी देख सकते हो। जेकर चैनल नूं हुण तक सबसक्राइब नहीं किया तो चैनल सबसक्राइब जरूर कर लेना, वीडियो नूं लाइक करना, शेयर करना। थैंक यू वेरी मच।